ਅੱਜ ਫੇਰ ਮੇਰੀ ਨਨਾਣ ਉਲਟੀਆਂ ਕਰ ਰਹੀ ਸੀ। ਉਲਟੀਆਂ ਕਰਕੇ ਉਸ ਦਾ ਬੁਰਾ ਹਾਲ ਹੋ ਰਿਹਾ ਸੀ। ਸਾਨੂੰ ਸਭ ਨੂੰ ਬਿਨਾਂ ਪੁੱਛੇ ਹੀ ਸਮਝ ਆ ਗਿਆ ਸੀ ਕਿ ਉਸ ਨੂੰ ਕੀ ਪਰੇਸ਼ਾਨੀ ਹੈ। ਮੇਰਾ ਦਿਲ ਸੜ ਰਿਹਾ ਸੀ, ਮੈਨੂੰ ਗੁੱਸਾ ਆ ਰਿਹਾ ਸੀ। ਮੇਰਾ ਦਿਲ ਕਰ ਰਿਹਾ ਸੀ ਕਿ ਇਹ ਔਰਤ ਕਿਤੇ ਗੁੰਮ ਹੋ ਜਾਵੇ ਤੇ ਕਦੇ ਵਾਪਸ ਨਾ ਆਵੇ। ਇਸ ਬਾਰੇ ਸੋਚਦੇ ਸੋਚਦੇ ਪੂਰਾ 1 ਘੰਟਾ ਲੰਘ ਗਿਆ। ਮੈਂ ਗੁੱਸੇ ਨਾਲ ਇੱਕ ਆਖਰੀ ਨਜ਼ਰ ਉਸ ਤੇ ਰੱਖੀ ਤੇ ਫਿਰ ਮੂੰਹ ਫੇਰ ਲਿਆ। ਇਹ ਪਹਿਲੀ ਜਾਂ ਦੂਸਰੀ ਵਾਰ ਦੀ ਗੱਲ ਨਹੀਂ। ਮੈਨੂੰ ਇਸ ਘਰ ਵਿੱਚ ਆਏ 2 ਸਾਲ ਹੋ ਗਏ ਸਨ, ਪਰ ਮੈਂ ਪਤੀ ਦੇ ਹੁੰਦੇ ਹੋਏ ਵੀ ਬੇ ਔਲਾਦ ਸੀ। ਤੇ ਮੇਰੀ ਨਨਾਣ ਅਜੀਬ ਹੀ ਔਰਤ ਸੀ। ਉਸ ਦਾ ਪਤੀ ਉਸ ਕੋਲ ਵੀ ਨਹੀਂ ਸੀ, ਉਹ ਅਮਰੀਕਾ ਵਿੱਚ ਰਹਿੰਦਾ ਸੀ। ਤੇ ਇਹ ਮੇਰੀ ਨਨਾਣ ਸਾਡੇ ਘਰ ਸਾਡੇ ਨਾਲ ਰਹਿੰਦੀ ਸੀ, ਪਰ ਉਹ ਹਰ ਸਾਲ ਮਾਂ ਬਣ ਜਾਂਦੀ ਸੀ। ਹਰ ਵਾਰੀ ਸਿਹਤਮੰਦ ਮੁੰਡੇ ਨੂੰ ਜਨਮ ਦਿੰਦੀ ਸੀ ਤੇ ਹੁਣ ਫਿਰ ਉਹ ਮਾਂ ਬਣਨ ਵਾਲੀ ਸੀ। ਤੇ ਮੈਨੂੰ ਗੁੱਸਾ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਕੀ ਇਹ ਇੰਨੇ ਬੇਸ਼ਰਮ ਲੋਕ ਹਨ? ਕੀ ਧੀ ਤੋਂ ਵੀ ਕਿਸੇ ਤਰ੍ਹਾਂ ਦਾ ਕੋਈ ਸਵਾਲ ਨਹੀਂ ਕਰਦੇ ਸਨ? ਕੋਈ ਸੋਚ ਹੀ ਨਹੀਂ ਸਕਦਾ ਸੀ ਕਿ ਉਹ ਹਰ ਸਾਲ ਕਿਵੇਂ ਮਾਂ ਬਣਨ ਵਾਲੀ ਹੋ ਜਾਂਦੀ ਹੈ। ਮੇਰੀ ਸੱਸ ਵੀ ਅਜੀਬ ਔਰਤ ਸੀ। ਹਰ ਵਾਰ ਧੀ ਦੇ ਮਾਂ ਬਣਨ ਤੇ ਉਸ ਦੀ ਦੇਖਭਾਲ ਚੰਗੀ ਤਰ੍ਹਾਂ ਕਰਨ ਲੱਗ ਜਾਂਦੀ ਸੀ। ਉਸ ਨੂੰ ਵਧੀਆ ਖੁਰਾਕ ਦਿੰਦੀ ਸੀ, ਜਿਵੇਂ ਉਹਨਾਂ ਲਈ ਇਹ ਗੱਲ ਬਹੁਤ ਖੁਸ਼ੀ ਦੀ ਹੋਵੇ। ਧੀ ਦਾ ਖਿਆਲ ਰੱਖਦੇ ਹੋਏ ਉਹ ਇਹ ਗੱਲ ਭੁੱਲ ਜਾਂਦੀ ਸੀ ਕਿ ਧੀ ਦਾ ਪਤੀ ਉਸ ਦੇ ਨਾਲ ਨਹੀਂ ਸੀ। ਮੈਂ ਉਹਨਾਂ ਲੋਕਾਂ ਤੋਂ ਪਰੇਸ਼ਾਨ ਹੋ ਚੁੱਕੀ ਸੀ। ਕੁਝ ਤਾਂ ਮੇਰਾ ਦਿਮਾਗ ਮੇਰੇ ਵਿਆਹ ਦੀ ਵਜ੍ਹਾ ਨਾਲ ਖਰਾਬ ਰਹਿੰਦਾ ਸੀ। ਉੱਪਰ ਤੋਂ ਮੇਰੀ ਨਨਾਣ ਦੇ ਹਰ ਸਾਲ ਮਾਂ ਬਣ ਜਾਣ ਤੇ ਮੈਨੂੰ ਗੁੱਸਾ ਆਉਂਦਾ ਸੀ। ਮੈਨੂੰ ਲੱਗਦਾ ਸੀ ਕਿ ਮੈਂ ਇੱਥੇ ਪਾਗਲ ਹੋ ਜਾਵਾਂਗੀ। ਉਹ ਸਾਰੇ ਲੋਕ ਅਜੀਬ ਇਨਸਾਨ ਸਨ। ਸਾਡੇ ਘਰ ਵਿੱਚ 2 ਮਰਦ ਸਨ, ਮੇਰਾ ਸਹੁਰਾ ਤੇ ਮੇਰਾ ਪਤੀ। ਮੇਰੇ ਜੇਠ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਤੇ ਮੇਰੀ ਜਠਾਣੀ ਵੀ ਵਿਆਹ ਦੇ 5 ਸਾਲ ਬਾਅਦ ਬੇ ਔਲਾਦ ਹੀ ਰਹੀ ਸੀ। ਮੇਰਾ ਪਤੀ ਦੂਜੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਤੇ ਮੇਰਾ ਸਹੁਰਾ ਸ਼ਾਂਤ ਸੁਭਾਅ ਦਾ ਇਨਸਾਨ ਸੀ, ਜੋ ਕਿਸੇ ਵੀ ਮਾਮਲੇ ਵਿੱਚ ਜ਼ਿਆਦਾ ਨਹੀਂ ਬੋਲਦਾ ਸੀ। ਉਹ ਅਲੱਗ ਹੀ ਰਹਿੰਦਾ ਸੀ। ਮੈਂ ਇੱਕ ਦਿਨ ਆਪਣੀ ਜਠਾਣੀ ਨੂੰ ਉਸ ਸਾਰੇ ਮਸਲੇ ਬਾਰੇ ਵਿੱਚ ਪੁੱਛਿਆ, ਕਿਉਂਕਿ ਉਹ ਮੇਰੇ ਤੋਂ ਪਹਿਲਾਂ ਵਿਆਹ ਕਰਕੇ ਇਸ ਘਰ ਵਿੱਚ ਆਈ ਸੀ। ਮੈਂ ਸੋਚ ਰਹੀ ਸੀ ਕਿ ਸ਼ਾਇਦ ਇਸ ਨੂੰ ਹੀ ਸਭ ਕੁਝ ਪਤਾ ਹੋਵੇਗਾ। ਮੇਰੇ ਸਵਾਲ ਤੇ ਉਸ ਨੇ ਮੈਨੂੰ ਜੋ ਦੱਸਿਆ ਤਾਂ ਮੈਂ ਉਸ ਵਿੱਚ ਉਲਝ ਕੇ ਰਹਿ ਗਈ। ਉਹਨਾਂ ਨੇ ਕਿਹਾ ਕਿ ਸਾਡੀ ਨਨਾਣ ਸ਼ੁਰੂ ਤੋਂ ਹੀ ਇੰਨੀ ਸੁੰਦਰ ਕੁੜੀ ਸੀ। ਛੋਟੀ ਉਮਰ ਵਿੱਚ ਹੀ ਸਾਡੀ ਨਨਾਣ ਲਈ ਬਹੁਤ ਰਿਸ਼ਤੇ ਆਉਣ ਲੱਗੇ ਸਨ, ਤਾਂ ਘਰ ਵਾਲਿਆਂ ਨੇ ਜਲਦੀ ਇੱਕ ਚੰਗੇ ਤੇ ਘੱਟ ਉਮਰ ਵਾਲੇ ਮੁੰਡੇ ਨੂੰ ਦੇਖ ਕੇ ਇਸ ਦਾ ਵਿਆਹ ਕਰ ਦਿੱਤਾ। ਸ਼ੁਰੂ ਦੇ 2 ਸਾਲ ਤਾਂ ਮੇਰੀ ਨਨਾਣ ਸਾਡੇ ਨਾਲ ਹੀ ਰਹੀ। ਉਸ ਦੇ ਪਤੀ ਨੇ ਉਸ ਨੂੰ ਬਹੁਤ ਮੁਹੱਬਤ ਤੇ ਪਿਆਰ ਨਾਲ ਰੱਖਿਆ ਸੀ। ਫਿਰ ਅਚਾਨਕ ਇੱਕ ਦਿਨ ਉਹ ਇਸ ਨੂੰ ਇੱਥੇ ਛੱਡ ਕੇ ਚਲਾ ਗਿਆ। ਫਿਰ ਅੱਜ ਤੱਕ ਉਹ ਵਾਪਸ ਨਹੀਂ ਆਇਆ। ਸੁਣਨ ਵਿੱਚ ਆਇਆ ਸੀ ਕਿ ਉਹ ਅਮਰੀਕਾ ਚਲਾ ਗਿਆ ਹੈ। ਤੇ ਪਰੇਸ਼ਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਦੇ ਚਲੇ ਜਾਣ ਤੋਂ ਬਾਅਦ ਵੀ ਸਾਡੀ ਨਨਾਣ ਦੀ ਇਹੀ ਹਾਲਤ ਰਹੀ ਸੀ। ਹਰ ਸਾਲ ਮਾਂ ਬਣਨ ਵਾਲੀ ਹੋ ਜਾਂਦੀ ਸੀ। ਪਤਾ ਨਹੀਂ ਇਸ ਵਿੱਚ ਇੰਨੀ ਸ਼ਕਤੀ ਕਿੱਥੋਂ ਆ ਜਾਂਦੀ ਸੀ ਕਿ ਹਰ ਸਾਲ ਇੱਕ ਸਿਹਤਮੰਦ ਬੱਚਾ ਪੈਦਾ ਕਰ ਦਿੰਦੀ ਹੈ। 2-3 ਵਾਰ ਤਾਂ ਇਦਾਂ ਵੀ ਹੋਇਆ ਕਿ ਉਸ ਦੇ ਬੱਚੇ ਪੇਟ ਵਿੱਚ ਹੀ ਮਰ ਜਾਂਦੇ ਸਨ। ਹੁਣ ਤੱਕ ਉਹ 2 ਮੁੰਡੇ ਪੈਦਾ ਕਰ ਚੁੱਕੀ ਹੈ ਤੇ ਹੁਣ ਇੱਕ ਵਾਰ ਫਿਰ ਮੇਰੀ ਨਨਾਣ ਮਾਂ ਬਣਨ ਵਾਲੀ ਹੈ, ਜਦੋਂ ਕਿ ਮੇਰੀ ਜਠਾਣੀ ਵਿਆਹ ਤੋਂ 6 ਸਾਲ ਬਾਅਦ ਵੀ ਪੇਟ ਤੋਂ ਨਹੀਂ ਹੋਈ ਸੀ। ਤੇ ਹੁਣ ਤਾਂ ਵਿਧਵਾ ਹੋਣ ਦਾ ਗਮ ਵੀ ਉਹਨਾਂ ਦੇ ਪੱਲੂ ਨਾਲ ਬੰਨ ਗਿਆ। ਮੇਰੀ ਜਠਾਣੀ ਖੁਦ ਵੀ ਇਸ ਗੱਲ ਤੋਂ ਬਹੁਤ ਪਰੇਸ਼ਾਨ ਰਹਿੰਦੀ ਸੀ ਤੇ ਚੁੱਪਚਾਪ ਰਹਿੰਦੀ ਸੀ। ਤੇ ਜਦੋਂ ਤੋਂ ਵਿਧਵਾ ਹੋਈ ਸੀ, ਉਹਨਾਂ ਦੇ ਘਰ ਦੇ ਮਾਮਲੇ ਵਿੱਚ ਬੋਲਣਾ ਬੰਦ ਕਰ ਦਿੱਤਾ ਸੀ। ਕਦੇ-ਕਦੇ ਮੈਂ ਇਹ ਸੋਚਣ ਤੇ ਮਜਬੂਰ ਹੋ ਜਾਂਦੀ ਸੀ ਕਿ ਸਾਡੀ ਨਨਾਣ ਬਹੁਤ ਕਿਸਮਤ ਵਾਲੀ ਔਰਤ ਸੀ, ਜਿਸ ਨੂੰ ਉੱਪਰ ਵਾਲੇ ਨੇ ਔਲਾਦ ਨਾਲ ਨਿਵਾਜਿਆ ਹੈ। ਮੇਰੀ ਜਠਾਣੀ ਨੇ ਮੈਨੂੰ ਇਹ ਵੀ ਦੱਸਿਆ ਸੀ ਕਿ ਸ਼ੁਰੂ ਵਿੱਚ ਇਸ ਤਰ੍ਹਾਂ ਜਦੋਂ ਸਾਡੀ ਨਨਾਣ ਇੰਨੇ ਸਾਲ ਪਤੀ ਦੇ ਅਮਰੀਕਾ ਹੋਣ ਦੇ ਬਾਵਜੂਦ ਵੀ ਮਾਂ ਬਣਨ ਵਾਲੀ ਹੋ ਜਾਂਦੀ ਸੀ, ਤਾਂ ਕਦੇ-ਕਦੇ ਜਦੋਂ ਉਸ ਦੀ ਸਿਹਤ ਜ਼ਿਆਦਾ ਵਿਗੜਦੀ ਸੀ, ਦੋਵੇਂ ਭਰਾਵਾਂ ਨੂੰ ਮਾਂ ਕਹਿੰਦੀ ਸੀ ਕਿ ਭੈਣ ਨੂੰ ਕਿਸੇ ਡਾਕਟਰ ਕੋਲ ਲੈ ਜਾਓ, ਤੇ ਇਹ ਦੋਵੇਂ ਚੰਗੇ ਹਸਪਤਾਲ ਵਿੱਚ ਲੈ ਜਾਂਦੇ ਸਨ। ਮੇਰੀ ਜਠਾਣੀ ਵੀ ਇਸ ਸਭ ਤੋਂ ਬਹੁਤ ਪਰੇਸ਼ਾਨ ਰਹਿੰਦੀ ਸੀ। ਕੁਝ ਪਤਾ ਹੀ ਨਹੀਂ ਸੀ ਕਿ ਪਤੀ ਦੇ ਬਾਹਰ ਹੁੰਦੇ ਹੋਏ ਵੀ ਇਹ ਮਾਂ ਬਣਨ ਵਾਲੀ ਕਿਵੇਂ ਹੋ ਜਾਂਦੀ ਹੈ, ਜਾਂ ਫਿਰ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਸੀ। ਮੈਂ ਸੋਚ-ਸੋਚ ਕੇ ਪਾਗਲ ਹੋ ਰਹੀ ਸੀ ਕਿ ਇਹ ਕਿਵੇਂ ਮਾਂ ਬਣਨ ਵਾਲੀ ਹੋ ਜਾਂਦੀ ਹੈ। ਇਹ ਕਿਵੇਂ ਮੁਮਕਿਨ ਸੀ? ਗਲੀ ਵਾਲਿਆਂ ਨਾਲ ਉਹਨਾਂ ਲੋਕਾਂ ਦੀ ਨਹੀਂ ਬਣਦੀ ਸੀ, ਨਾ ਕੋਈ ਉਹਨਾਂ ਨੂੰ ਮਿਲਣ ਆਉਂਦਾ ਸੀ। ਇਸ ਤਰ੍ਹਾਂ ਮੇਰੀ ਨਨਾਣ ਵੀ
ਜ਼ਿਆਦਾ ਆਉਂਦੀ ਜਾਂਦੀ ਨਹੀਂ ਸੀ, ਪਰ ਫਿਰ ਵੀ ਹਰ ਸਾਲ ਮਾਂ ਬਣਨ ਵਾਲੀ ਹੋ ਜਾਂਦੀ ਸੀ। ਬੇਸ਼ਰਮੀ ਨਾਲ ਭਰਾ ਤੇ ਬਾਪ ਦੇ ਸਾਹਮਣੇ ਘੁੰਮਦੀ ਸੀ ਤੇ ਮੈਨੂੰ ਉਸ ਨੂੰ ਦੇਖ ਕੇ ਬਹੁਤ ਗੁੱਸਾ ਆਉਂਦਾ ਸੀ। ਮੇਰੀ ਜਠਾਣੀ ਦਾ ਸੁਭਾਅ ਨਹੀਂ ਸੀ ਕਿ ਉਹ ਕਿਸੇ ਵੀ ਮਾਮਲੇ ਵਿੱਚ ਦਖਲ ਅੰਦਾਜ਼ੀ ਕਰੇ, ਪਰ ਉਹਨਾਂ ਦੀਆਂ ਗੱਲਾਂ ਨਾਲ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਵੀ ਕੁਝ ਦਿਨਾਂ ਤੋਂ ਇਸ ਅਜੀਬ ਗੱਲ ਦੀ ਵਜ੍ਹਾ ਨਾਲ ਸਾਡੀ ਨਨਾਣ ਤੇ ਨਜ਼ਰ ਰੱਖ ਰਹੀ ਹੈ। ਉਹ ਦੱਸ ਰਹੀ ਸੀ ਕਿ ਸਾਡੀ ਨਨਾਣ ਦੇ ਇਸ ਘਰ ਵਿੱਚ ਆ ਜਾਣ ਤੋਂ ਬਾਅਦ ਨਾ ਸਾਡੇ ਘਰੇ ਬਾਹਰ ਤੋਂ ਕੋਈ ਆਉਂਦਾ ਸੀ, ਨਾ ਹੀ ਸਾਡੀ ਨਨਾਣ ਬਾਹਰ ਜਾਂਦੀ ਸੀ ਅਤੇ ਮੈਂ ਫਿਰ ਰਸੋਈ ਵਿੱਚ ਖਾਣਾ ਬਣਾਉਣ ਚਲੀ ਗਈ। ਪਰ ਮੇਰੇ ਦਿਲ ਹੀ ਦਿਲ ਵਿੱਚ ਮੈਂ ਪਤੀ ਨਾਲ ਇਸ ਮਾਮਲੇ ਬਾਰੇ ਗੱਲ ਕਰਨ ਬਾਰੇ ਸੋਚ ਰਹੀ ਸੀ ਤੇ ਮੈਂ ਅੱਜ ਸ਼ਾਮ ਨੂੰ ਇਹੀ ਸੋਚ ਰਹੀ ਸੀ ਕਿ ਜਲਦੀ ਨਾਲ ਮੌਕਾ ਮਿਲੇ ਤਾਂ ਮੈਂ ਉਹਨਾਂ ਨਾਲ ਗੱਲ ਕਰਾਂ। ਤੇ ਉਹ ਆਏ ਤਾਂ ਬਸ ਸਾਡੇ ਨਾਲ ਖਾਣਾ ਖਾ ਕੇ ਆਪਣੇ ਮੰਮੀ ਪਾਪਾ ਕੋਲ ਜਾ ਕੇ ਬੈਠ ਗਏ। ਅੱਧੀ ਰਾਤ ਤੱਕ ਮੈਂ ਬੇਸਬਰੀ ਨਾਲ ਆਪਣੇ ਪਤੀ ਦਾ ਕਮਰੇ ਵਿੱਚ ਆਉਣ ਦਾ ਇੰਤਜ਼ਾਰ ਕਰਦੀ ਰਹੀ। ਫੇਰ ਕਿਤੇ ਜਾ ਕੇ ਕਮਰੇ ਵਿੱਚ ਪਹੁੰਚੇ ਤਾਂ ਮੈਂ ਉਹਨਾਂ ਨਾਲ ਗੱਲ ਕਰਨਾ ਸ਼ੁਰੂ ਕਰ ਦਿੱਤੀ ਤੇ ਘੁਮਾ ਫਿਰਾ ਕੇ ਗੱਲ ਨੂੰ ਨਨਾਣ ਵੱਲ ਲੈ ਗਈ। ਮੈਂ ਕਿਹਾ, ਖੈਰ ਤੁਹਾਡੇ ਲਈ ਫਿਰ ਤੋਂ ਖੁਸ਼ਖਬਰੀ ਹੈ, ਤੁਸੀਂ ਮਾਮਾ ਬਣਨ ਵਾਲੇ ਹੋ। ਮੈਨੂੰ ਲੱਗਿਆ ਕਿ ਸ਼ਾਇਦ ਉਹ ਮੇਰੀ ਇਸ ਗੱਲ ਨਾਲ ਚੌਂਕ ਜਾਣਗੇ ਜਾਂ ਨਜ਼ਰਾਂ ਚੁਰਾਉਣਗੇ, ਪਰ ਉਹ ਹਾਂ ਵਿੱਚ ਸਿਰ ਹਿਲਾ ਗਏ ਤੇ ਕਿਹਾ, ਰੱਬ ਕਰੇ ਸਭ ਕੁਝ ਠੀਕ ਠਾਕ ਹੋਵੇ। ਇਹ ਸੁਣ ਕੇ ਮੇਰਾ ਦਿਮਾਗ ਖਰਾਬ ਹੋਣ ਲੱਗਾ। ਇਹ ਕਿੱਦਾਂ ਦੇ ਇਨਸਾਨ ਸਨ ਜਿਨ੍ਹਾਂ ਨੂੰ ਕੋਈ ਪਰੇਸ਼ਾਨੀ ਹੀ ਨਹੀਂ ਹੁੰਦੀ ਸੀ। ਮੈਂ ਠੰਡਾ ਸਾਹ ਲਿਆ ਅਤੇ ਆਪਣੇ ਕਿਹਾ ਉਸ ਨੂੰ ਦੱਸ ਦਿੱਤੇ ਕਿ ਇਹ ਕਿਵੇਂ ਮੁਮਕਿਨ ਹੋ ਰਿਹਾ ਹੈ। ਉਸ ਦਾ ਪਤੀ ਤਾਂ ਉਸ ਨਾਲ ਨਹੀਂ ਰਹਿੰਦਾ। ਉਹ ਮੇਰੀ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣਾ ਮੋਬਾਈਲ ਕੱਢ ਕੇ ਬੈਠ ਗਏ। ਇਦਾਂ ਲੱਗ ਰਿਹਾ ਸੀ ਜਿਵੇਂ ਉਹ ਇਸ ਗੱਲ ਨੂੰ ਸੁਣਨਾ ਹੀ ਨਹੀਂ ਚਾਹੁੰਦੇ ਸਨ। ਸਾਰੀ ਗੱਲ ਉਹਨਾਂ ਦੇ ਕੰਨਾਂ ਵਿੱਚ ਪਾਉਣ ਤੋਂ ਬਾਅਦ ਵੀ ਮੈਂ ਉਹਨਾਂ ਦੇ ਮੂੰਹ ਨੂੰ ਉਵੇਂ ਦਾ ਹੀ ਦੇਖਿਆ ਤਾਂ ਦਿਲ ਹੀ ਦਿਲ ਵਿੱਚ ਇਹਨਾਂ ਸਾਰਿਆਂ ਦੀ ਬੇਸ਼ਰਮੀ ਤੇ ਹੈਰਾਨ ਹੁੰਦੀ ਤੇ ਚੱਦਰ ਲੈ ਕੇ ਸੋ ਗਈ। ਤੇ ਹੁਣ ਮੈਨੂੰ ਰਾਹ ਜਾਣ ਲਈ ਕੋਈ ਹੋਰ ਹੀ ਰਸਤਾ ਲੱਭਣਾ ਸੀ, ਕਿਉਂਕਿ ਹਾਰ ਤਾਂ ਮੈਂ ਵੀ ਨਹੀਂ ਮੰਨਣ ਵਾਲੀ ਸੀ। ਇਹ ਸੋਚਦੇ ਸੋਚਦੇ ਮੈਂ ਕਦੋਂ ਸੋ ਗਈ ਪਤਾ ਹੀ ਨਹੀਂ ਚੱਲਿਆ। ਸਵੇਰੇ ਜਦੋਂ ਉੱਠੀ ਤਾਂ ਦਿਮਾਗ ਖਾਲੀ ਹੋ ਰਿਹਾ ਸੀ। ਮੈਂ ਉਹ ਸਾਰੀਆਂ ਗੱਲਾਂ ਦਿਮਾਗ ਤੋਂ ਕੱਢ ਕੇ ਖੁਦ ਨੂੰ ਤਾਜ਼ਾ ਕਰ ਲਿਆ ਤੇ ਨਾਸ਼ਤਾ ਬਣਾਉਣ ਵਿੱਚ ਲੱਗ ਗਈ। ਫਿਰ ਨਾਸ਼ਤਾ ਕੀਤਾ ਅਤੇ ਕੱਪੜੇ ਧੋਣ ਲਈ ਛੱਤ ਤੇ ਜਾ ਕੇ ਮਸ਼ੀਨ ਲਗਾ ਦਿੱਤੀ। ਮੈਂ ਪੂਰੇ ਧਿਆਨ ਨਾਲ ਕੱਪੜੇ ਧੋਂਦੀ ਜਾ ਰਹੀ ਸੀ ਅਤੇ ਨਾਲ ਆਪਣੀ ਨਨਾਣ ਬਾਰੇ ਸੋਚ ਰਹੀ ਸੀ ਤੇ ਕੱਪੜੇ ਧੋਂਦੇ ਇਹ ਵੀ ਸੋਚ ਚੁੱਕੀ ਸੀ ਕਿ ਕਿਸ ਤਰੀਕੇ ਨਾਲ ਆਪਣੀ ਨਨਾਣ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂ। ਅਗਲੇ ਦਿਨ ਪਤੀ ਦੇ ਡਿਊਟੀ ਜਾਣ ਤੋਂ ਬਾਅਦ ਮੈਂ ਆਪਣੀ ਨਨਾਣ ਦੇ ਪੂਰੀ ਤਰ੍ਹਾਂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਤੇ ਸਮਾਂ ਗੁਜ਼ਰਨ ਲੱਗਾ। ਪਰ ਮੈਨੂੰ ਕਦੇ-ਕਦੇ ਇਦਾਂ ਲੱਗਦਾ ਸੀ ਕਿ ਮੈਂ ਇਸ ਘਰ ਤੇ ਐਵੇਂ ਨਜ਼ਰ ਰੱਖ ਕੇ ਗਲਤੀ ਕਰ ਰਹੀ ਹਾਂ। ਮੇਰੀ ਨਨਾਣ ਤਾਂ ਬਿਲਕੁਲ ਸ਼ਾਂਤ ਔਰਤ ਸੀ ਜੋ ਆਪਣੇ ਕੰਮ ਨਾਲ ਕੰਮ ਰੱਖਦੀ ਸੀ। ਇੰਨਾ ਵੀ ਨਹੀਂ ਸੀ ਕਿ ਉਹ ਸਿਰਫ ਬੈਠ ਕੇ ਖਾਂਦੀ ਸੀ, ਬਲਕਿ ਮੇਰੇ ਨਾਲ ਕੰਮਾਂ ਵਿੱਚ ਹੱਥ ਵਟਾਉਂਦੀ ਸੀ। ਮੇਰੀ ਨਨਾਣ ਚੁੱਪਚਾਪ ਸਾਰੇ ਕੰਮ ਕਰਦੀ ਰਹਿੰਦੀ ਸੀ। ਕਦੇ ਖਾਣਾ ਬਣਾਉਣ ਨੂੰ ਦਿਲ ਨਹੀਂ ਕਰਦਾ ਤਾਂ ਨਨਾਣ ਦੇ ਸਹਾਰੇ ਛੱਡ ਦਿੰਦੀ ਸੀ, ਜਾਂ ਫਿਰ ਕੁਝ ਖਾਸ ਬਣਾਉਣਾ ਹੁੰਦਾ ਤਾਂ ਵੀ ਨਨਾਣ ਨੂੰ ਕਹਿ ਦਿੰਦੀ ਸੀ। ਫਿਰ ਚਾਹੇ ਸਾਰਾ ਦਿਨ ਰਸੋਈ ਵਿੱਚ ਗੁਜ਼ਰ ਜਾਂਦਾ, ਅਸੀਂ ਵੀ ਕਦੇ ਵੀ ਪਰਵਾਹ ਨਹੀਂ ਕੀਤੀ ਸੀ ਤੇ ਫਿਰ ਸਾਰਾ ਕੰਮ ਉਸ ਨੂੰ ਹੀ ਕਰਨਾ ਪੈਂਦਾ ਸੀ, ਕਿਉਂਕਿ ਜੇ ਇੱਕ ਨੂੰ ਕੰਮ ਨਹੀਂ ਕਰ ਰਹੀ ਤਾਂ ਦੂਜੀ ਨੂੰ ਕਿਵੇਂ ਕਿਹਾ ਜਾਵੇ। ਇਦਾਂ ਨਾ ਹੋਵੇ ਕਿ ਉਹ ਬੁਰਾ ਮੰਨ ਜਾਵੇ ਤੇ ਘਰ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਣ। ਦੇਖਿਆ ਜਾਵੇ ਤਾਂ ਮੇਰਾ ਸਹੁਰਾ ਸਾਨੂੰ ਵੀ ਕਦੇ ਬੁਰਾ ਭਲਾ ਨਹੀਂ ਕਹਿੰਦੇ ਸੀ, ਫਿਰ ਉਹ ਆਪਣੀ ਇਕਲੌਤੀ ਧੀ ਨੂੰ ਕਿਵੇਂ ਕੁਝ ਕਹਿਣ ਵਾਲੇ ਸੀ। ਪਰ ਉਹਨਾਂ ਸਾਰੀਆਂ ਗੱਲਾਂ ਦਾ ਅੰਦਾਜ਼ਾ ਮੈਨੂੰ ਅਜ ਤੱਕ ਨਹੀਂ ਹੋਇਆ ਸੀ। ਮੈਂ ਦਿਲ ਵਿੱਚ ਨਨਾਣ ਦੇ ਰਾਜ਼ ਖੋਲ੍ਹਣ ਵਿੱਚ ਲੱਗ ਗਈ ਸੀ ਤੇ ਫਿਰ ਇੱਕ ਦਿਨ ਮੈਂ ਆਪਣੀ ਨਨਾਣ ਦੀ ਇੱਕ ਅਜੀਬ ਹਰਕਤ ਦੇਖੀ ਜਿਸ ਨੇ ਬੁਰੀ ਤਰ੍ਹਾਂ ਮੈਨੂੰ ਹੈਰਾਨ ਕਰ ਦਿੱਤਾ ਸੀ। ਮੈਂ ਇੱਕ ਦਿਨ ਦੇਖਿਆ ਮੇਰੀ ਨਨਾਣ ਰਸੋਈ ਵਿੱਚ ਕੰਮ ਕਰਕੇ ਨਿਕਲਦੇ ਹੋਏ ਫਟਕੜੀ ਦਾ ਇੱਕ ਟੁਕੜਾ ਉਠਾਇਆ ਤੇ ਲੁਕਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਹੈਰਾਨ ਹੋਈ ਕਿ ਉਸਨੇ ਫਟਕੜੀ ਦਾ ਕੀ ਕਰਨਾ ਹੈ, ਪਰ ਫਿਰ ਮੈਂ ਇਹ ਸੋਚ ਕੇ ਚੁੱਪ ਹੋ ਗਈ ਕਿ ਸ਼ਾਇਦ ਕਿਸੇ ਕੰਮ ਲਈ ਜ਼ਰੂਰਤ ਹੋਵੇ। ਕੁਝ ਦਿਨ ਸਕੂਨ ਨਾਲ ਲੰਘ ਗਏ ਸੀ ਤੇ ਫਿਰ 5-6 ਦਿਨਾਂ ਬਾਅਦ ਮੇਰੀ ਨਨਾਣ ਨੇ ਉਵੇਂ ਹੀ ਇੱਕ ਟੁਕੜਾ ਫਟਕੜੀ ਦਾ ਉਠਾਇਆ ਤੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਹੈਰਾਨ ਸੀ ਕਿਉਂਕਿ ਅਗਲੇ ਹਫ਼ਤੇ ਫਿਰ ਤੋਂ ਐਵੇਂ ਹੀ ਹੋਇਆ। ਹੁਣ ਹਰ ਰੋਜ਼ ਹੀ ਇਦਾਂ ਹੋਣ ਲੱਗਿਆ ਸੀ ਕਿ ਮੇਰੀ ਨਨਾਣ ਰਸੋਈ ਵਿੱਚ ਆਉਂਦੀ ਤੇ ਫਟਕੜੀ ਦਾ ਛੋਟਾ ਜਿਹਾ ਟੁਕੜਾ ਲੈਂਦੀ ਤੇ ਆਪਣੇ ਕਮਰੇ ਵਿੱਚ ਚਲੀ ਜਾਂਦੀ। ਫਿਰ 10-12 ਦਿਨ ਸਕੂਨ ਨਾਲ ਲੰਘ ਗਏ ਤੇ ਉਸ ਤੋਂ ਬਾਅਦ ਫਿਰ ਤੋਂ ਉਹੀ ਹਰਕਤ ਹੋਈ।
ਮੇਰੀ ਨਨਾਣ ਦੇ ਜਾਂਦੇ ਹੀ ਭੱਜ ਕੇ ਵਿਹੜੇ ਵਿੱਚ ਉਸਦੇ ਕਮਰੇ ਦੀ ਖਿੜਕੀ ਲੱਭੀ ਤੇ ਉਸ ਤੋਂ ਅੰਦਰ ਦੇਖਿਆ ਤਾਂ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ। ਉਹ ਫਟਕੜੀ ਦਾ ਟੁਕੜਾ ਲੈ ਕੇ ਮੇਰੀ ਨਨਾਣ ਬਾਥਰੂਮ ਵਿੱਚ ਚਲੀ ਗਈ। ਮੇਰਾ ਦਿਮਾਗ ਫਟਿਆ ਜਾ ਰਿਹਾ ਸੀ। ਮੈਂ ਇੰਨੀ ਕੋਸ਼ਿਸ਼ ਕਰਨ ਦੇ ਬਾਅਦ ਵੀ ਉਸ ਦਾ ਪਤਾ ਨਹੀਂ ਲਗਾ ਪਾਈ ਤੇ ਮੈਂ ਉਦਾਸ ਹੋ ਗਈ। ਪਰ ਕਿਸਮਤ ਵੀ ਮੇਰਾ ਸਾਥ ਦੇ ਰਹੀ ਸੀ ਕਿ ਕੁਝ ਦਿਨਾਂ ਬਾਅਦ ਹੀ ਮੇਰੀ ਨਨਾਣ ਜਦੋਂ ਮੇਰੇ ਨਾਲ ਰਸੋਈ ਵਿੱਚ ਰਾਤ ਦਾ ਖਾਣਾ ਬਣਾਉਣ ਵਿੱਚ ਲੱਗੀ ਸੀ, ਉਹ ਅਚਾਨਕ ਤੇਜ਼ੀ ਨਾਲ ਰਸੋਈ ਵਿੱਚੋਂ ਹੀ ਫਟਕੜੀ ਦਾ ਟੁਕੜਾ ਲੈ ਕੇ ਬਾਹਰ ਗਈ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਜਲਦੀ ਵਿੱਚ ਵੀ ਉਹ ਫਟਕੜੀ ਲੈਣਾ ਨਹੀਂ ਭੁੱਲੀ ਸੀ। ਉਹ ਇਸ ਫਟਕੜੀ ਦਾ ਰਾਤ ਦੇ ਸਮੇਂ ਕੀ ਕਰਦੀ ਸੀ? ਮੈਂ ਹੈਰਾਨ ਹੋ ਰਹੀ ਸੀ। ਮੈਂ ਇਸ ਅਜੀਬ ਜਿਹੀ ਹਰਕਤ ਦੀ ਵਜ੍ਹਾ ਜਾਣਨ ਲਈ ਬੇਚੈਨ ਹੋ ਰਹੀ ਸੀ। ਮੇਰੀ ਨਨਾਣ ਜਲਦੀ ਵਿੱਚ ਬਾਥਰੂਮ ਵਿੱਚ ਚਲੀ ਗਈ ਸੀ। ਮੈਂ ਵੀ ਇਹ ਮੌਕਾ ਜਾਣ ਨਹੀਂ ਦਿੱਤਾ ਤੇ ਬਾਥਰੂਮ ਦੀ ਖਿੜਕੀ ਤੱਕ ਕਿਸੇ ਤਰੀਕੇ ਨਾਲ ਪਹੁੰਚ ਗਈ। ਖਿੜਕੀ ਬਹੁਤ ਉੱਚੀ ਸੀ, ਜਿਸ ਦੀ ਵਜ੍ਹਾ ਨਾਲ ਮੈਨੂੰ ਥੱਲੇ ਕੁਝ ਰੱਖ ਕੇ ਅੰਦਰ ਝਾਕਣਾ ਪਿਆ। ਜਦੋਂ ਮੈਂ ਉੱਚਾ ਹੋ ਕੇ ਅੰਦਰ ਦੇਖਿਆ ਤਾਂ ਹੈਰਾਨ ਰਹਿ ਗਈ। ਦਿਨ ਦਾ ਸਮਾਂ ਸੀ, ਜ਼ਿਆਦਾ ਰੋਸ਼ਨੀ ਸੀ ਤੇ ਅੰਦਰ ਦਾ ਮੰਜ਼ਰ ਸਾਫ਼ ਦਿਖਾਈ ਦੇ ਰਿਹਾ ਸੀ। ਆਪਣੀ ਨਨਾਣ ਨੂੰ ਫਟਕੜੀ ਦਾ ਅਜੀਬ ਤਰੀਕੇ ਨਾਲ ਇਸਤੇਮਾਲ ਕਰਦੇ ਹੋਏ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਫਿਰ ਮੈਂ ਪਕੜੇ ਜਾਣ ਦੇ ਡਰ ਤੋਂ ਮੈਂ ਬੜੀ ਮੁਸ਼ਕਲ ਨਾਲ ਖੁਦ ਨੂੰ ਸੰਭਾਲਦੀ ਹੋਈ ਥੱਲੇ ਉਤਰੀ ਤੇ ਰਸੋਈ ਵਿੱਚ ਜਾ ਕੇ ਆਪਣੇ ਆਪ ਨੂੰ ਸੰਭਾਲਣ ਲੱਗੀ। ਥੋੜੀ ਦੇਰ ਬਾਅਦ ਜਦੋਂ ਮੇਰੀ ਨਨਾਣ ਰਸੋਈ ਵਿੱਚ ਆਈ ਤਾਂ ਮੈਂ ਇਦਾਂ ਜ਼ਾਹਿਰ ਕੀਤਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੇਰੀ ਨਨਾਣ ਫਿਰ ਤੋਂ ਕੰਮ ਕਰਨ ਲੱਗੀ ਤੇ ਫਿਰ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਕਮਰੇ ਵਿੱਚ ਚਲੀ ਗਈ ਤੇ ਇਦਾਂ ਹੀ ਕੁਝ ਦਿਨ ਹੋਰ ਗੁਜ਼ਰ ਗਏ। ਇੱਕ ਦਿਨ ਮੇਰੀ ਨਨਾਣ ਨੂੰ ਨਹਾਉਣਾ ਸੀ ਤੇ ਉਸਦੇ ਬਾਥਰੂਮ ਵਿੱਚ ਪਾਣੀ ਆਉਣਾ ਬੰਦ ਹੋ ਗਿਆ ਸੀ। ਮੇਰੀ ਸੱਸ ਨੇ ਕਿਸੇ ਹੋਰ ਬਾਥਰੂਮ ਵਿੱਚ ਨਹਾਉਣ ਲਈ ਕਿਹਾ ਤਾਂ ਮੇਰੀ ਜਠਾਣੀ ਨੇ ਉਸ ਨੂੰ ਕਿਹਾ, ਜੇ ਤੁਸੀਂ ਚਾਹੋ ਤਾਂ ਮੇਰੇ ਬਾਥਰੂਮ ਵਿੱਚ ਨਹਾ ਲਓ। ਉਸਨੇ ਤੁਰੰਤ ਮਨਾ ਕਰ ਦਿੱਤਾ। ਮੈਂ ਸੋਚ ਰਹੀ ਸੀ ਕਿ ਉਹ ਮਨਾ ਕਿਉਂ ਕਰ ਰਹੀ ਹੈ, ਕਿਉਂਕਿ ਇਹ ਤਾਂ ਮਾਮੂਲੀ ਜਿਹੀ ਗੱਲ ਸੀ। ਕਿਸੇ ਦੇ ਬਾਥਰੂਮ ਵਿੱਚ ਨਹਾਉਣਾ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਸੀ। ਮੇਰੀ ਜਠਾਣੀ ਨੇ ਕੁਝ ਨਹੀਂ ਕਿਹਾ ਤੇ ਉਹ ਚੁੱਪਚਾਪ ਚਲੀ ਗਈ। ਮੈਨੂੰ ਲੱਗਿਆ ਮੇਰੀ ਨਨਾਣ ਬਾਹਰ ਵਾਲੇ ਬਾਥਰੂਮ ਵਿੱਚ ਨਹਾਉਣਾ ਚਾਹੁੰਦੀ ਹੈ, ਪਰ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਉਹ ਨਹਾਉਣ ਲਈ ਛੱਤ ਤੇ ਚਲੀ ਗਈ। ਸਾਡੇ ਘਰ ਦੀ ਛੱਤ ਤੇ ਵੀ ਇੱਕ ਛੋਟਾ ਜਿਹਾ ਬਾਥਰੂਮ ਸੀ। ਆਪਣੀ ਨਨਾਣ ਨੂੰ ਛੱਤ ਤੇ ਜਾਂਦਾ ਦੇਖ ਕੇ ਮੈਂ ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਇੱਧਰ ਉੱਧਰ ਘੁੰਮਦੀ ਰਹੀ ਤੇ ਮੈਂ ਖੁਦ ਨੂੰ ਸਾਰਿਆਂ ਦੀਆਂ ਨਜ਼ਰਾਂ ਤੋਂ ਬਚਾ ਕੇ ਨਨਾਣ ਦੇ ਕਮਰੇ ਵਿੱਚ ਚਲੀ ਗਈ ਤੇ ਉਸ ਦਾ ਪੂਰਾ ਕਮਰਾ ਦੇਖਿਆ। ਤੇ ਜਦੋਂ ਮੈਂ ਅਲਮਾਰੀ ਨੂੰ ਹੱਥ ਲਾਇਆ ਤਾਂ ਮੇਰੀ ਸੱਸ ਉੱਥੇ ਪਹੁੰਚ ਗਈ ਤੇ ਮੈਨੂੰ ਅਲਮਾਰੀ ਕੋਲ ਖੜਾ ਦੇਖ ਕੇ ਉਹ ਘਬਰਾ ਗਈ, ਜਿਵੇਂ ਉੱਥੇ ਕੋਈ ਖਜ਼ਾਨਾ ਲੁਕਾਇਆ ਹੋਵੇ। ਉਹਨਾਂ ਦੇ ਸਵਾਲ ਪੁੱਛਣ ਤੇ ਮੈਂ ਬਹਾਨਾ ਬਣਾ ਦਿੱਤਾ ਕਿ ਧੋਤੇ ਹੋਏ ਕੱਪੜਿਆਂ ਵਿੱਚ ਮੇਰੇ ਇੱਕ ਸੂਟ ਦਾ ਦੁਪੱਟਾ ਨਹੀਂ ਸੀ। ਮੈਂ ਸੋਚਿਆ ਜਠਾਣੀ ਜਾਂ ਨਨਾਣ ਦੇ ਕੱਪੜਿਆਂ ਵਿੱਚ ਨਾ ਚਲਾ ਗਿਆ ਹੋਵੇ। ਮੇਰੀ ਸੱਸ ਅੱਗੇ ਆਈ ਤੇ ਮੈਨੂੰ ਕਿਹਾ ਕਿ ਮੈਂ ਜਠਾਣੀ ਦੇ ਕਮਰੇ ਵਿੱਚ ਦੇਖਾਂ ਤੇ ਉਹ ਮੇਰੀ ਨਨਾਣ ਦੇ ਕਮਰੇ ਵਿੱਚ ਖੁਦ ਦੇਖ ਦੇਵੇਗੀ। ਮੈਨੂੰ ਸ਼ੱਕ ਹੋਣ ਲੱਗਿਆ ਕਿ ਇਸ ਅਲਮਾਰੀ ਵਿੱਚ ਇਦਾਂ ਦਾ ਕੀ ਸੀ ਜੋ ਉਹ ਲੁਕੋ ਰਹੀ ਸੀ। ਮੈਂ ਉਦੋਂ ਚੁੱਪਚਾਪ ਚਲੀ ਗਈ ਤੇ ਦੁਬਾਰਾ ਉੱਥੇ ਦੇਖਣ ਦਾ ਇਰਾਦਾ ਕਰ ਲਿਆ ਸੀ। ਮੇਰੀ ਨਨਾਣ ਨਹਾ ਕੇ ਥੱਲੇ ਆਈ ਤੇ ਉਹ ਮਾਂ ਧੀ ਕਮਰੇ ਵਿੱਚ ਬੈਠ ਗਏ। ਮੈਂ ਬਹਾਨੇ ਨਾਲ ਛੱਤ ਤੇ ਚਲੀ ਗਈ। ਮੈਂ ਉੱਥੇ ਬਾਥਰੂਮ ਵਿੱਚ ਦੇਖਿਆ ਤਾਂ ਮੇਰਾ ਸਿਰ ਚਕਰਾ ਕੇ ਰਹਿ ਗਿਆ, ਕਿਉਂਕਿ ਉੱਥੇ ਤਾਂ ਨਹਾਉਣ ਦੀ ਬਾਲਟੀ ਵਿੱਚ ਥੋੜੀ ਜਿਹੀ ਪੀਸੀ ਹੋਈ ਫਟਕੜੀ ਮੌਜੂਦ ਸੀ। ਮੈਂ ਤਾਂ ਪਰੇਸ਼ਾਨ ਹੋ ਗਈ ਸੀ। ਮੈਂ ਤੁਰੰਤ ਜਠਾਣੀ ਦੇ ਕਮਰੇ ਵਿੱਚ ਗਈ ਤੇ ਘਬਰਾਉਂਦੇ ਹੋਏ ਉਹਨਾਂ ਨੂੰ ਦੱਸਿਆ ਕਿ ਮੈਨੂੰ ਨਨਾਣ ਦੀਆਂ ਹਰਕਤਾਂ ਕੁਝ ਠੀਕ ਨਹੀਂ ਲੱਗ ਰਹੀਆਂ। ਮੇਰੀ ਜਠਾਣੀ ਚੌਂਕ ਗਈ। ਉਸ ਨੂੰ ਹੈਰਾਨੀ ਹੋਈ ਸੀ ਕਿ ਮੈਂ ਹੁਣ ਤੱਕ ਆਪਣੀ ਨਨਾਣ ਦੀ ਜਸੂਸੀ ਕਰ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਨਨਾਣ ਨੂੰ ਉਸ ਦੇ ਹਾਲ ਤੇ ਛੱਡ ਦੇਵਾਂ, ਕਿਉਂਕਿ ਘਰ ਵਿੱਚ ਸਾਰੇ ਲੋਕ ਦੇਖ ਕੇ ਕੁਝ ਨਹੀਂ ਬੋਲਦੇ ਹਨ। ਇਸ ਤੋਂ ਚੰਗਾ ਹੈ ਕਿ ਅਸੀਂ ਵੀ ਚੁੱਪ ਰਹੀਏ। ਪਰ ਮੈਂ ਚੁੱਪ ਨਹੀਂ ਰਹਿ ਸਕਦੀ ਸੀ। ਮੈਂ ਘਰ ਵਿੱਚ ਹੁੰਦੀ ਅਜੀਬੋ-ਗਰੀਬ ਹਰਕਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ ਸੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਇੱਕ ਪੁਰਾਣੀ ਦੋਸਤ ਨੂੰ ਫੋਨ ਕੀਤਾ। ਮੇਰੀ ਉਹ ਦੋਸਤ ਡਾਕਟਰ ਸੀ ਤੇ ਇਹ ਬਹੁਤ ਸਮਝਦਾਰ ਸੀ। ਮੈਂ ਦੋਸਤ ਨੂੰ ਗੱਲਾਂ-ਗੱਲਾਂ ਵਿੱਚ ਦੱਸਿਆ ਕਿ ਮੇਰੀ ਨਨਾਣ ਦਾ ਪਤੀ ਬਹੁਤ ਸਾਲਾਂ ਤੋਂ ਅਮਰੀਕਾ ਵਿੱਚ ਰਹਿੰਦਾ ਹੈ ਤੇ ਉਹ ਹਰ ਸਾਲ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ। ਮੈਂ ਹੈਰਾਨ ਸੀ ਕਿ ਇਹ ਕਿਵੇਂ ਮੁਮਕਿਨ ਹੈ। ਫਿਰ ਮੈਂ ਉਸ ਰਾਤ ਨਨਾਣ ਨੂੰ ਫਟਕੜੀ ਗਲਤ ਥਾਂ ਤੇ ਇਸਤੇਮਾਲ ਕਰਦੇ ਹੋਏ ਦੇਖਿਆ। ਮੇਰੀ ਨਨਾਣ ਆਪਣੇ ਜਿਸਮ ਦੇ ਇੱਕ ਹਿੱਸੇ ਤੇ ਫਟਕੜੀ ਇਸਤੇਮਾਲ ਕਰਦੀ ਸੀ। ਉਸ ਦਿਨ ਖਿੜਕੀ ਤੋਂ ਝਾਕ ਕੇ ਜਦੋਂ ਮੈਂ ਦੇਖਿਆ ਤਾਂ ਮੈਨੂੰ ਝਟਕਾ ਲੱਗਿਆ ਸੀ ਤੇ ਫਿਰ ਅੱਜ ਮੈਂ ਉੱਪਰ ਛੱਤ ਤੇ ਵੀ ਫਟਕੜੀ ਦਾ ਪਾਣੀ ਦੇਖ ਲਿਆ ਸੀ। ਮੇਰੀ ਦੋਸਤ ਨੇ ਸਲਾਹ ਦਿੱਤੀ ਕਿ
हो सकता है वो किसी बीमारी का इलाज करती होवे, क्योंकि फटकड़ी तो बहुत बीमारियां का इलाज करती है। मैं ये सुन के परेशान हो गई ते अगले रोज सवेर समय मैं अपनी ननाण नूं पुछ लिया कि फटकड़ी का इस्तेमाल क्यों करती है। मेरे सवाल ते वो बिना घबराए सकून नाल बोली कि भाभी मेरे शरीर ते कुछ प्रॉब्लम है। मैं जदों भी बाथरूम इस्तेमाल करती हाँ तो मेरे शरीर के कुछ हिस्सों में जलन होंदी है। मैं इस इलाज के लिए फटकड़ी का इस्तेमाल करती हाँ, इस नाल ठीक रहिंदी हाँ। मैं कहा ठीक है। मैं फालतू का इन्ना सोचती रहिंदी सी ते उस ते नज़र भी रख रही सी। मेरी ननाण चली गई ते मैं सिर फड़ लिया। फटकड़ी का इस्तेमाल भावें इलाज विच होया, पर मेरी ननाण दे मां बनन का मामला अपनी जगह हुण भी मौजूद सी। मैनू उसके कमरे की अलमारी का ख्याल आया। शाम के समय जदों मेरी ननाण रसोई विच कम करवाउण आई ते मैं सस सहुरे नूं खाना ले जाके दे दिता तो मैं ननाण के कमरे विच पहुंच गई। उसकी अलमारी अज बंद सी। मैं उसके बैड के कोल चाबी लभी, मैनू वो सराहने हेठ मिल गई। मैं जल्दी नाल अलमारी नूं खोल के देखा, मेरी अखां फट्टी दी फट्टियां रह गई। अलमारी विच किसी आदमी की कमीज टंगी हुई सी, जिसनूं हुणे हुणे प्रेस की हुई सी। थल्ले भी 2 जोड़ी कपड़े पे सन। ये कमीज किसी होर दी नहीं बल्कि मेरे अपने पति दी ही सी। मेरे पति जदों भी आके मेरे तो कपड़े धोआंदे सी, उस विच ये कपड़े भी शामिल हुंदे सन। मेरा पूरा शरीर घबराहट नाल कंबण लगा। मेरे पति दे कपड़िਆਂ ਦਾ मेरी ननाण दे कमरे विच की कम सी ते ये प्रेस क्यों किता होया सी। मैं कंबदे होए अलमारी नूं बंद करके कमरे विच आ गई ते खामोशी नाल बिस्तर ते पई रही। हुण जो समझ आ रहा सी कि मैं वो सोचना नहीं चाहती सी। मैं चाहती सी कि इस बार मैं जल्दबाजी ना करा, पर यह गल छोटी तो नहीं सी। मेरी ननाण दा पति तो दूर रह के भी 4 बच्चे पैदा करना ते मेरे पति दे कपड़िਆਂ ਦਾ कमरे विच मौजूद होना, मेरा तो दिमाग फट रहा सी। ये किदां दे लोग सी, इत्थे की हो रहा सी। मेरा दिमाग सोचण तो मना कर रहा सी। मैनू याद आया कि मेरी जठानी जदों विधवा हुई तां मेरी सस ते सहुरे ने मेरे पति नूं उस नाल विआह करन दी सलाह दित्ती सी, पर मेरे पति ने यह कह के मना कर दिता सी कि वो भाभी का खर्चा उठाउणगे, पर वो मेरे तो इलावा किसी नूं भी नहीं रख सकते। हुण सच सी ਜਾਂ सुपना आ रहा सी। मैं बहुत ध्यान नाल ननाण दी जासूसी करनी शुरू कर दी, पर हुण मेरे लिए रातां नूं सोना मुश्किल हो गया सी। मैं अक्सर रात नूं घुमदी रहिंदी सी। मेरी ननाण किसी रात अपने बच्चों नूं सुआउंदी, किसी रात बच्चे नाना नानी कोल सौंदे सन ते मेरी ननाण कमरे विच इकल्ली हुंदी सी। मेरी ननाण दी निगरानी करते हुए एक रोज़ मैं सवेरे 5 बजे उठ गई, मूँह हाथ धो के कमरे तो बाहर गई। मेरा इरादा ननाण दे कमरे वल जाण दा सी, पर विहड़े विच नज़र पई तां मेरी रूह कंब गई। विहड़े विच किसी आदमी की परछाई नज़र आ रही सी। परछाई चलते हुए दीवार दे कोल पहुंची ते दीवार ते चढ़ के दूजे पासे चली गई। मैं हैरान हो गई सी कि शायद कोई चोर या डाकू होवे जो रात नूं साडे घर चोरी करन दी नीयत नाल आया होवे। फिर मैं जिठाणी नूं दस्सिया तां उन्हां ने मेरी गल्लां ते ध्यान नहीं दिता ते हस के बोली कि अंदर चोर या डाकू आया सी तां कुछ चोरी क्यों नहीं किता। असी भी सलामत हाँ ते साडे घर दा समान भी। ये गल तां सच सी। मैं उलझ गई। इदां भी नहीं सी कि मैं सुपना देखा होए। मैं एक आदमी की परछाई देखी सी। मैनू सोच विच देख के मेरी जठानी ने नरमी नाल कहा कि मैं अजकल बहुत ज़्यादा सोचण लगी हाँ, इसलिए इदां हो रहा है। वो बोली, मैनू देख, मैं अपने काम नाल काम रखदी हाँ। अपनी ननाण की हालत ते मेरे भी दिमाग में सवाल उठते हैं, पर मैं दबा लैंदी हाँ। उसके माँ बाप जिउंदे हैं, वो उसनूं सवाल जवाब कर सकते हैं। साडा कोई लेना देना नहीं है। हुण तो बाद तू भी ये सारा अपने दिमाग तो कढ दे। वो काफ़ी हद तक ठीक ही कह रही सी। ये मामला साडा नहीं सी ते मैं जरूर उसकी गल मन लैंदी, पर सच जाने बिना खामोशी नाल नहीं बैठ सकती सी। मैं अपने पति के कपड़े ननाण के कमरे विच देखे सन। ये कोई मामूली गल नहीं सी, पर मैं ये गल अपनी जेठानी नूं भी नहीं दस सकती सी। उसके समझाउण ते मैं सिर हिला के यही साबित किया कि मैं उसकी गल समझ लई है ते उस ते अमल भी करांगी। एक रोज़ जदों अपने कमरे विच इकल्ली सो रही सी, मैं रात नूं अपने कमरे तो बाहर निकल के नंगे पैरी उसके कमरे वल गई तां मेरी ननाण दे कमरे विचों कुछ आवाज़ आ रही सी। उन्हां ने मैनूं चौंका दिता। मैं कन्न लाई
ਤੇ ਅੰਦਰ ਮੇਰੀ ਨਨਾਣ ਦੀ ਹੌਲੀ ਹੌਲੀ ਰੋਣ ਦੀ ਆਵਾਜ਼ ਆ ਰਹੀ ਸੀ। ਹੁਣ ਮੈਂ ਰੋਣ ਦੀ ਵਜ੍ਹਾ ਸੋਚਦੀ ਜਾਂ ਕੁਝ ਜਾਣਨ ਦੀ ਕੋਸ਼ਿਸ਼ ਕਰਦੀ, ਮੈਨੂੰ ਇੱਕ ਆਦਮੀ ਦੀ ਆਵਾਜ਼ ਸੁਣਾਈ ਦਿੱਤੀ, ਜਿਵੇਂ ਕੋਈ ਆਦਮੀ ਬਹੁਤ ਹੌਲੀ ਹੌਲੀ ਗੱਲ ਕਰ ਰਿਹਾ ਹੋਵੇ। ਮੇਰਾ ਸ਼ੱਕ ਯਕੀਨ ਵਿੱਚ ਬਦਲ ਰਿਹਾ ਸੀ। ਮੇਰੀ ਨਨਾਣ ਦੇ ਕਮਰੇ ਵਿੱਚ ਕੋਈ ਆਦਮੀ ਵੀ ਮੌਜੂਦ ਸੀ, ਪਰ ਆਵਾਜ਼ ਬਹੁਤ ਹੌਲੀ ਸੀ, ਜਿਸ ਦੀ ਵਜ੍ਹਾ ਨਾਲ ਮੈਂ ਪਹਿਚਾਣ ਨਹੀਂ ਪਾ ਰਹੀ ਸੀ। ਇਹ ਮੇਰੇ ਲਈ ਬਹੁਤ ਵਧੀਆ ਮੌਕਾ ਸੀ, ਮੈਂ ਸੱਚਾਈ ਜਾਣ ਸਕਦੀ ਸੀ, ਪਰ ਮੈਨੂੰ ਡਰ ਸੀ ਕਿ ਕਿਤੇ ਮੈਨੂੰ ਅੰਦਰ ਉਹ ਆਦਮੀ ਨਜ਼ਰ ਨਾ ਆ ਜਾਵੇ, ਜਿਸ ਦੇ ਹੋਣ ਤੋਂ ਮੈਂ ਡਰ ਰਹੀ ਸੀ। ਮੈਂ ਇਸ ਡਰ ਨਾਲ ਆਪਣੇ ਕਮਰੇ ਵਿੱਚ ਜਾ ਕੇ ਬੰਦ ਹੋ ਗਈ ਤੇ ਮੈਂ ਸੋਚਣ ਸਮਝਣ ਦੀ ਸਾਰੀ ਸ਼ਕਤੀ ਭੁੱਲ ਚੁੱਕੀ ਸੀ। ਮੈਂ ਸਵੇਰੇ ਆਪਣੇ ਪਤੀ ਨੂੰ ਫੋਨ ਕਰਕੇ ਬਹਾਨੇ ਨਾਲ ਪੁੱਛਿਆ ਕਿ ਉਹ ਕਿੱਥੇ ਹੈ, ਤਾਂ ਉਸਨੇ ਕਿਹਾ ਕਿ ਦੂਜੇ ਸ਼ਹਿਰ। ਮੈਂ ਉਸਨੂੰ ਕਿਹਾ ਕਿ 1-2 ਦਿਨ ਲਈ ਘਰ ਆ ਜਾਵੇ। ਮੇਰਾ ਦਿਲ ਉਦਾਸ ਹੈ, ਮੇਰਾ ਦਿਲ ਘਬਰਾਹਟ ਵਿੱਚ ਸੀ। ਮੇਰੇ ਕਹਿਣ ਤੇ ਮੇਰੇ ਪਤੀ ਨੇ ਅੱਜ ਰਾਤ ਨੂੰ ਘਰ ਆਉਣ ਲਈ ਕਹਿ ਕੇ ਫੋਨ ਕੱਟ ਦਿੱਤਾ। ਮੈਨੂੰ ਲੱਗ ਰਿਹਾ ਸੀ ਮੈਂ ਇਸ ਤਰ੍ਹਾਂ ਹੀ ਆਪਣੇ ਸ਼ੱਕ ਨੂੰ ਖਤਮ ਕਰ ਸਕਦੀ ਹਾਂ। ਪੂਰੀ ਰਾਤ ਮੈਂ ਇੰਤਜ਼ਾਰ ਕਰਦੀ ਰਹੀ ਤੇ ਮੇਰੇ ਪਤੀ ਘਰ ਨਹੀਂ ਆਏ। ਮੈਂ ਫਿਰ ਉੱਠ ਕੇ ਆਪਣੀ ਨਨਾਣ ਦੇ ਕਮਰੇ ਦੇ ਦਰਵਾਜ਼ੇ ਤੇ ਪਹੁੰਚੀ ਤਾਂ ਅੱਜ ਵੀ ਮੈਨੂੰ ਉੱਥੇ ਹਲਕੀ ਹਲਕੀ ਆਵਾਜ਼ ਸੁਣਾਈ ਦੇ ਰਹੀ ਸੀ। ਮੈਨੂੰ ਗੁੱਸਾ ਆਉਣ ਲੱਗਿਆ। ਮੈਂ ਇੱਕ ਜ਼ੋਰਦਾਰ ਆਵਾਜ਼ ਦੇ ਨਾਲ ਦਰਵਾਜ਼ੇ ਤੇ ਮਾਰਿਆ ਤੇ ਘਰ ਵਿੱਚ ਪੁੰਚਾਲ ਜਿਹਾ ਆ ਗਿਆ। ਮੇਰੀ ਸੱਸ ਤੇ ਸਹੁਰਾ ਆਪਣੇ ਕਮਰੇ ਤੋਂ ਬਾਹਰ ਆ ਗਏ ਤੇ ਮੇਰੀ ਜਠਾਣੀ ਵੀ ਬਾਹਰ ਆ ਗਈ ਤੇ ਮੇਰੀ ਨਨਾਣ ਨੇ ਦਰਵਾਜ਼ਾ ਹੌਲੀ ਨਾਲ ਖੋਲ੍ਹਿਆ ਤਾਂ ਉਸ ਦੇ ਮੂੰਹ ਦਾ ਰੰਗ ਉੱਡਿਆ ਹੋਇਆ ਸੀ। ਉਹ ਅਚਾਨਕ ਇਸ ਆਵਾਜ਼ ਨਾਲ ਡਰ ਗਈ ਸੀ। ਮੈਂ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਮੈਂ ਅੰਦਰ ਜਿਸ ਆਦਮੀ ਨੂੰ ਦੇਖਿਆ, ਮੇਰੀ ਤਾਂ ਅੱਖਾਂ ਹੈਰਾਨੀ ਨਾਲ ਫਟੀ ਦੀ ਫਟੀਆਂ ਰਹਿ ਗਈਆਂ। ਇਹੀ ਹਾਲ ਮੇਰੀ ਜਠਾਣੀ ਦਾ ਵੀ ਸੀ, ਪਰ ਮੇਰੀ ਸੱਸ ਤੇ ਸਹੁਰਾ ਬਿਲਕੁਲ ਆਰਾਮ ਨਾਲ ਖੜੇ ਸਨ। ਇਸ ਦਾ ਮਤਲਬ ਉਹਨਾਂ ਨੂੰ ਸਭ ਕੁਝ ਪਹਿਲਾਂ ਤੋਂ ਹੀ ਪਤਾ ਸੀ। ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਸੀ। ਇਹ ਸਭ ਕੀ ਸੀ? ਮੈਂ ਚੁੱਪਚਾਪ ਖੜੀ ਸੀ, ਹਿੰਮਤ ਕਰਕੇ ਬੋਲ ਪਈ। ਉਸੇ ਸਮੇਂ ਮੇਰੇ ਪਤੀ ਵੀ ਘਰ ਆ ਗਏ ਸਨ। ਸਭ ਨੂੰ ਮੇਰੀ ਨਨਾਣ ਦੇ ਕਮਰੇ ਦੇ ਦਰਵਾਜ਼ੇ ਕੋਲ ਖੜਾ ਦੇਖ ਕੇ ਉਹ ਵੀ ਉੱਥੇ ਆ ਗਏ ਤੇ ਸਵਾਲ ਕਰਨ ਲੱਗੇ। ਮੈਂ ਇਹ ਹੰਗਾਮਾ ਖੜਾ ਕਰਕੇ ਸਭ ਦੇ ਵਿਚਾਲੇ ਬੁਰੀ ਬਣ ਗਈ ਸੀ। ਉਹ ਸ਼ਖਸ ਜੋ ਸਾਹਮਣੇ ਸਿਰ ਝੁਕਾਏ ਖੜਾ ਸੀ ਹੋਰ ਕੋਈ ਨਹੀਂ ਸੀ, ਬਲਕਿ ਮੇਰੀ ਨਨਾਣ ਦਾ ਪਤੀ ਸੀ। ਮੈਨੂੰ ਤੇ ਮੇਰੀ ਜਠਾਣੀ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਉਹ ਚੋਰੀ ਚੋਰੀ ਆਪਣੀ ਪਤੀ ਨੂੰ ਮਿਲਣ ਕਿਉਂ ਆਇਆ ਸੀ ਤੇ ਉਹ ਤਾਂ ਅਮਰੀਕਾ ਵਿੱਚ ਸੀ। ਫਿਰ ਇੰਡੀਆ ਕਦੋਂ ਪਹੁੰਚਿਆ? ਇਹ ਸਭ ਕੀ ਮਾਮਲਾ ਸੀ? ਮੇਰੀ ਸਮਝ ਤੋਂ ਬਾਹਰ ਦੀ ਗੱਲ ਸੀ। ਮੈਂ ਸਭ ਦੇ ਵਿੱਚ ਸੱਚ ਬੋਲ ਦਿੱਤਾ ਕਿ ਮੈਨੂੰ ਮੇਰੀ ਨਨਾਣ ਤੇ ਸ਼ੱਕ ਸੀ। ਮੈਂ ਕੱਲ ਵੀ ਉਸਦੇ ਕਮਰੇ ਵਿੱਚੋਂ ਕਿਸੇ ਆਦਮੀ ਦੀ ਆਵਾਜ਼ ਸੁਣੀ ਸੀ ਤੇ ਫਿਰ ਪਤੀ ਤੋਂ ਦੂਰ ਰਹਿ ਕੇ ਉਸਦਾ ਹਰ ਸਾਲ ਮਾਂ ਬਣ ਜਾਣਾ ਵੀ ਮੇਰੇ ਲਈ ਸੋਚਣ ਵਾਲੀ ਗੱਲ ਸੀ। ਮੇਰੇ ਪਤੀ ਨੇ ਸਾਡੀ ਉਲਝਣ ਤੇ ਲੰਬੀ ਸਾਹ ਲੈਂਦੇ ਹੋਏ ਸੱਚ ਦੱਸਿਆ, ਜਿਸ ਨੇ ਸਾਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ, ਜਿਸ ਨੇ ਆਪਣੀ ਨਜ਼ਰ ਨਾਲ ਆਪਣੀ ਨਨਾਣ ਦੇ ਘਰ ਵਾਲੇ ਨੂੰ ਦੇਖਿਆ, ਜੋ ਹੁਣ ਤੱਕ ਨੀਵੀਂ ਪਾਈ ਖੜਾ ਸੀ ਤੇ ਮੇਰੀ ਨਨਾਣ ਵੀ ਪਰੇਸ਼ਾਨ ਹੋਈ ਖੜੀ ਸੀ। ਮੇਰੇ ਪਤੀ ਨੇ ਦੱਸਿਆ ਕਿ ਸਾਡੀ ਨਨਾਣ ਦਾ ਪਤੀ ਅਮਰੀਕਾ ਕਦੇ ਗਿਆ ਹੀ ਨਹੀਂ ਸੀ। ਉਹ ਇੰਡੀਆ ਵਿੱਚ ਹੀ ਸੀ ਤੇ ਅਕਸਰ ਰਾਤ ਨੂੰ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲਣ ਆਉਂਦਾ ਜਾਂਦਾ ਰਹਿੰਦਾ ਸੀ। ਇਹ ਗੱਲ ਮੇਰੀ ਸੱਸ ਸਹੁਰਾ ਤੇ ਮੇਰੇ ਪਤੀ ਵੀ ਜਾਣਦੇ ਸਨ, ਪਰ ਉਹਨਾਂ ਨੇ ਇਹ ਸੱਚਾਈ ਸਾਡੇ ਤੋਂ ਲੁਕੋਈ ਸੀ, ਕਿਉਂਕਿ ਮੇਰੇ ਨਨਾਣ ਦੇ ਪਤੀ ਨੇ ਦੋਸਤਾਂ ਨਾਲ ਲੜਾਈ ਵਿੱਚ ਗਲਤੀ ਨਾਲ ਇੱਕ ਦੋਸਤ ਦਾ ਕਤਲ ਕਰ ਦਿੱਤਾ ਸੀ ਤੇ ਉਦੋਂ ਤੋਂ ਹੀ ਪੁਲਿਸ ਮੇਰੀ ਨਨਾਣ ਦੇ ਪਤੀ ਦੀ ਤਲਾਸ਼ ਕਰ ਰਹੀ ਸੀ। ਮੁਜਰਮ ਕਰਾਰ ਦੇਣ ਦੇ ਬਾਅਦ ਉਹ ਡਰ ਗਿਆ ਸੀ ਤੇ ਲੋਕਾਂ ਵਿੱਚ ਇਹ ਗੱਲ ਫੈਲਾ ਦਿੱਤੀ ਗਈ ਕਿ ਉਹ ਅਮਰੀਕਾ ਚਲਾ ਗਿਆ ਹੈ। ਇਸ ਲਈ ਉਹ ਲੁਕ ਕੇ ਮੇਰੀ ਨਨਾਣ ਨੂੰ ਮਿਲਣ ਆਉਂਦਾ ਸੀ ਤੇ ਉਸ ਲਈ ਮੇਰੇ ਪਤੀ ਨੇ ਆਪਣੇ ਕੱਪੜੇ ਦਿੱਤੇ ਹੋਏ ਸਨ। ਜ਼ਾਹਿਰ ਹੈ ਮੇਰੀ ਨਨਾਣ ਕੱਪੜੇ ਧੋਂਦੀ ਤਾਂ ਸਾਨੂੰ ਸ਼ੱਕ ਹੁੰਦਾ, ਇਸ ਲਈ ਮੇਰੇ ਪਤੀ ਹਰ ਵਾਰ ਆ ਕੇ ਆਪਣੇ ਕੱਪੜਿਆਂ ਦੇ ਨਾਲ ਉਹ ਕੱਪੜੇ ਵੀ ਰੱਖ ਦਿੰਦੇ ਸਨ। ਮੈਂ ਸ਼ਰਮਿੰਦਾ ਹੋ ਗਈ ਤੇ ਅੱਗੇ ਜਾ ਕੇ ਆਪਣੀ ਨਨਾਣ ਨੂੰ ਗਲ ਲਾ ਲਿਆ, ਕਿਉਂਕਿ ਉਹ ਇਹਨਾਂ ਬਹੁਤ ਮੁਸ਼ਕਲ ਹਾਲਾਤਾਂ ਦਾ ਸ਼ਿਕਾਰ ਰਹੀ ਹੋਵੇਗੀ। ਇਸ ਲਈ ਉਹ ਆਪਣੇ ਪਤੀ ਨਾਲ ਮਿਲ ਕੇ ਰੋਂਦੀ ਸੀ। ਸਾਡੇ ਦੋਵੇਂ ਭਾਬੀਆਂ ਦਾ ਸ਼ੱਕ ਵੀ ਉਸ ਨੂੰ ਪਰੇਸ਼ਾਨ ਕਰਦਾ ਰਿਹਾ ਸੀ। ਸੱਚ ਦਾ ਪਤਾ ਚੱਲਣ ਤੋਂ ਬਾਅਦ ਮੇਰੀ ਨਨਾਣ ਦਾ ਪਤੀ ਮਿਲਣ ਆਉਂਦਾ ਸੀ। ਸਾਡੇ ਘਰ ਵਾਲਿਆਂ ਨੂੰ ਹੁਣ ਪਤਾ ਹੁੰਦਾ। ਰੱਬ ਦੀ ਮਿਹਰ ਸਦਕੇ ਕੁਝ ਮਹੀਨੇ ਬਾਅਦ ਉਹਨਾਂ ਦਾ ਕੇਸ ਹੱਲ ਹੋ ਗਿਆ ਤੇ ਸਬੂਤਾਂ ਦੇ ਨਾਲ ਉਸ ਦੀ ਬੇਗੁਨਾਹੀ ਸਾਬਤ ਹੋਈ ਤੇ ਪੁਲਿਸ ਤੋਂ ਜਾਨ ਛੁੱਟ ਗਈ ਤੇ ਮੇਰੀ ਨਨਾਣ ਆਪਣੇ ਪਤੀ ਤੇ ਬੱਚਿਆਂ ਦੇ ਨਾਲ ਆਪਣੇ ਸਹੁਰੇ ਚਲੀ ਗਈ।